ਹਾਲ ਦੋਸਤੋ, ਛਿਟਕੂ ਕਹਾਣੀ ਮੇਰੇ ਦਿਲ ਦੇ ਬਹੁਤ ਨੇੜੇ ਆ। ਇਹਦਾ ਪਾਤਰ ਔਰਤ ਲਈ ਜਿਹੜਾ ਤਰਸ ਰਿਹਾ ਸੁੱਖਾ, ਉਹ ਜਦੋਂ ਕਹਿੰਦਾ ਬਥੇਰਾ ਢੋਲਿਆ ਜ਼ਿੰਦਗੀ ਦਾ ਨਰਕ, ਤੁਸੀਂ ਪਾ ਲਓ ਛਿਟ ਛਿਟ। ਇਹ ਕਹਾਣੀ ਅਦਾਕਾਰ ਗੁਰਦੇਵ ਧਾਲੀਵਾਲ ਤੁਹਾਨੂੰ ਖੂਬਸੂਰਤ ਆਵਾਜ਼ ਵਿੱਚ ਸੁਣਾ ਰਿਹਾ। ਰਾਬਤਾ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਛਿਟਕੂ ਕਹਾਣੀ। ਬਾਈ ਸਾਹਿਬ, ਇਹ ਨਾ ਸਮਝਿਓ ਮੈਂ दारू ਦੀ ਘੁੱਟ ਤੇ ਮਰ ਜਾਣ ਵਾਲਾ ਟੁੱਚਾ ਬੰਦਾ। ਮੈਂ ਤਾਂ ਘੈਂਟ ਜੱਟ ਆਂ। ਇਸ ਢਾਬੇ ਤੇ ਮੇਰੀ ਉਹ दारू ਚੱਲਦੀ ਹੈ। दारू ਮੈਂ ਫੰਨੇ ਬਣਾਉਣਾ, ਅੱਗ ਐ ਲੱਗਦੀ ਹੈ ਜਿਵੇਂ ਪੈਟਰੋਲ ਨੂੰ। ਪੰਜਾਬੀ ਬਾਈਆਂ ਨੂੰ ਤਾਂ ਮੈਂ ਲੰਗਰ ਲਾਈ ਰੱਖਦਾ। ਇੱਥੇ ਅੱਜ ਵੀ ਮੇਰੀ ਉਹ दारू ਚੱਲਣੀ ਸੀ, ਪਰ ਹੁਣ ਥੋੜੇ ਚਿਰ ਤੋਂ ਬਾਜ਼ੀ ਪੁੱਠੀ ਪਈ ਹੋਈ ਹੈ। ਸਾਰੀ ਦੁਨੀਆ ਮੂੰਹ ਮੋੜ ਗਈ। ਬਸ ਜੀ, ਹੁਣ ਤਾਂ ਰੱਸੀਆਂ ਦੇ ਸੱਪ ਬਣ ਬੈਠੀ ਜਾਂਦੇ ਐ। ਮੈਗਲਗੰਜ ਵਾਲਾ ਥਾਣੇ ਦਾ ਦਰੋਗਾ ਜਦੋਂ ਮੈਂ ਹੱਥ ਝਾੜਦਾ ਸੀ ਤਾਂ ਕੁੱਤੇ ਵਾਂਗ ਪੂਛ ਲਾਉਂਦਾ ਸੀ। ਹੁਣ ਉਹ ਰੱਸੀ ਵੀ ਸੱਪ ਬਣੀ ਬੈਠੀ ਐ। ਸਾਹਿਬ, ਇਹ ਯੂਪੀ ਬੜੀ ਕਸੂਤੀ ਐ। ਆਓ ਪਰੇ ਬੈਠਾ ਜਿਹੜਾ ਡਰਾਈਵਰ दारू ਪੀਂਦਾ ਹੈ, ਮੈਂ ਉਹਦੇ ਕੋਲ ਚਲਿਆ ਗਿਆ। ਬਈ ਦੇਸ਼ ਤੋਂ ਆਇਆ, ਦੇਸ਼ ਦਾ ਹਾਲ ਚਾਲ ਪੁੱਛ ਲਵਾਂ। ਉਹ ਮੈਨੂੰ ਪੁੱਠਾ ਬੋਲਿਆ। ਅੱਗੋਂ ਕਹਿੰਦਾ, ਜਾ ਓਏ ਟੁੱਚਿਆ, दारू ਦੇਖ ਕੇ ਲਾਲਾ ਸਿੱਟੀ ਜਾਣਾ। ਫਿਰ ਫੜ ਲੈਣਾ ਸੀ ਗੁਲਾਮੇ ਤੋਂ। ਨਾ ਜੀ ਨਾ, ਆਪਾਂ ਗੁੱਸਾ ਨਹੀਂ ਕਰਦੇ। ਜਿਹੜਾ ਮੰਦਾ ਬੋਲੂ ਆਪੇ ਉਹਦਾ ਮੂੰਹ ਗੰਦਾ ਹੋ। ਬਈ ਸਾਹਿਬ, ਮੈਂ ਕੋਈ ਮਲੰਗ ਨਹੀਂ, ਨਾ ਹੀ दारू ਦੀ ਘੁੱਟ ਤੇ ਮਰ ਜਾਣ ਵਾਲਾ ਭੜਪੂੰਜਾ। ਮੈਂ ਤਾਂ 10,000 ਰੁਪਇਆ ਉਹੀ ਫੂਕਤਾ ਇੱਕ ਜਨਾਨੀ ਤੇ। ਰਹੀ ਉਹ ਮੇਰੇ ਕੋਲ 10 ਕੋ ਰਾਤਾਂ। ਉਹ ਮੈਂ ਦੁਨੀਆ ਨੂੰ ਕਹਿਣ ਜੋਗਾ ਹੋ ਗਿਆ ਵੀ ਮੇਰੀ ਵੀ ਜਨਾਨੀ ਸੀਗੀ। ਅੱਛਾ, ਫਿਰ ਤਾਂ 1,000 ਰੁਪਏ ਇੱਕ ਰਾਤ ਪੈ ਗਈ। ਤੁਹਾਡੀ ਗੱਲ ਠੀਕ ਹੈ, 1000 ਰੁਪਏ 'ਚ ਹੀ ਰਾਤ ਪੈ ਗਈ। ਉਹ 1000 ਚ ਵੀ ਕਾਦੀ ਪੈ ਗਈ। ਜਦੋਂ ਤੁਹਾਨੂੰ ਅਸਲੀ ਗੱਲ ਦਾ ਪਤਾ ਲੱਗੂ, ਤੁਸੀਂ ਕਹਿਣਾ ਸੁਖਿਆ ਤੂੰ ਤਾਂ ਜਮਾ ਹੀ ਲੁੱਟਿਆ ਗਿਆ। ਪਹਿਲਾਂ ਐਂ ਦੱਸੋ ਵੀ ਜਿਹੜਾ ਬੰਦਾ 1000 ਰੁਪਇਆ ਇੱਕ ਰਾਤ ਦੇ ਕੇ ਫੂਕ ਸਕਦਾ ਹੈ, ਉਹ ਬੰਦਾ ਟੁੱਚਾ ਹੋ ਸਕਦਾ? ਨਾ, ਬਿਲਕੁਲ ਨਹੀਂ। ਆਹ ਢਾਬੇ ਦੀ ਕੰਧ ਤੇ ਦੇਖਦੇ ਹੋ ਫਿਲਮਾਂ 'ਚ ਕੰਮ ਕਰਨ ਵਾਲੀ ਜਨਾਨੀ ਦੀ ਫੋਟੋ। ਉਹ ਤਾਂ ਜੀ ਮੇਰੀ ਜਨਾਨੀ ਸਾਹਮਣੇ ਕੁਝ ਵੀ ਨਹੀਂ। ਬਾਈ ਸਾਹਿਬ, ਆਪਾਂ ਝੂਠ ਨਹੀਂ ਬੋਲਦੇ। ਗਾਂਜਾ ਵੀ ਪੀਤਾ ਹੋਇਆ, दारू ਤੁਸੀਂ ਆਪ ਪਿਆਈ ਆ, ਤਾਂ ਵੀ ਬਿਲਕੁਲ ਸੋਫੀਆਂ। ਪਰ ਮੇਰੀ ਜਨਾਨੀ ਇੰਨੀ ਸੋਹਣੀ ਸੀ, ਉਹਨੂੰ ਦੇਖ ਕੇ ਨਸ਼ਾ ਹੀ ਹੋ ਜਾਂਦਾ ਸੀ। ਅੱਛਾ, ਜਿੱਤੇ ਮੈਂ 10,000 ਰੁਪਇਆ ਫੂਕਿਆ, ਉਹ ਮੇਰੀ ਉਹ ਜਨਾਨੀ ਸੀ। ਬੇੜਾ ਬਹਿ ਗਿਆ ਲੋਕਾਂ ਦੀਆਂ ਪੱਥਰਪਾੜ ਨਜ਼ਰਾਂ ਦਾ, ਨਾਲੇ ਬੀਬੀ ਦਾ। ਤੁਸੀਂ ਉਹ ਗੱਲ ਸੁਣੀ ਆ ਨਾ, ਸਪਣੀ ਆਪਣੇ ਬੱਚੇ ਆਪ ਹੀ ਖਾ ਜਾਂਦੀ ਹੈ। ਮੈਂ ਤਾਂ ਜੀ ਖਾਂਦੀ ਦੇਖੀ ਆ। ਓਏ ਕਾਕਾ, ਪਾਣੀ ਲਿਆਈ। ਨਾ ਜੀ ਨਾ, ਤੁਸੀਂ ਮੁੰਡੂ ਨੂੰ ਹਾਕ ਨਾ ਮਾਰੋ। ਪਾਣੀ ਮੈਂ ਆਪ ਲੈ ਕੇ ਆਉਣਾ, ਬਰਫ਼ ਪਵਾ ਕੇ। ਤੁਸੀਂ ਹੈਗੇ ਜੇ ਸਾਡੇ ਮਹਿਮਾਨ, ਮੈਂ ਕਰਨੀ ਆ ਤੁਹਾਡੀ ਸੇਵਾ, ਹੋਰ ਇਹਨਾਂ ਭਈਆਂ ਨੇ ਸੇਵਾ ਕਰਨੀ ਆ। ਆਹ ਲਵੋ ਸਲਾਦ, ਨਾਲੇ ਬਰਫ਼ ਵਾਲਾ ਪਾਣੀ। ਇਹ ਢਾਬੇ ਵਾਲੇ ਤਾਂ ਆਪਾਂ ਨੂੰ ਪਿਓਾਂ ਵਾਂਗ ਮੰਨਦੇ ਆ। ਜਦੋਂ ਕੋਈ ਪੰਜਾਬੀ ਮਿਲੇ ਮੈਨੂੰ ਚਾਹ ਚੜ ਜਾਂਦਾ, ਜਿਵੇਂ ਰਿਸ਼ਤੇਦਾਰ ਮੇਰੇ ਤੇ ਚੜਦਾ। ਬਈ ਫਿਰ ਤਾਂ ਤੇਰਾ 10,000 ਖੂਹ ਚ ਗਿਆ। ਬਈ ਉਹੀ ਗੱਲ ਦੱਸਣ ਲੱਗਿਆ, ਇੱਕ ਨਹੀਂ ਤੁਹਾਨੂੰ ਸਮਝ ਲੱਗਣੀ। ਮੈਂ ਮੁੱਢੋਂ ਦੱਸਦਾ। ਪਾਲੋ ਜੀ ਛਿਟ, ਬਹੁਤੀ ਨਾ ਪਾਇਓ। ਇਹਦਾ ਕਿਹੜਾ ਕੋਈ ਲਾਲਚ ਆ? ਨਾਓ ਆ ਬਾਈ ਸਾਹਿਬ ਮੇਰਾ ਸੁੱਖਾ ਦੁਨੀਆ 'ਚ ਸਾਰੇ ਪਾਸੇ ਮਿਲ ਜਾਂਦਾ, ਚਾਹੇ ਯੂਪੀ ਹੋਵੇ ਚਾਹੇ ਪੰਜਾਬ। ਤੁਸੀਂ ਕਿਹੜਾ ਭੁੱਲੇ ਹੋ? ਟਰੱਕਾਂ ਦੇ ਮਾਲਕ ਹੋ, ਦੁਨੀਆਗਾਹੀ ਆ ਤੁਸੀਂ। ਸੁੱਖੇ ਤੋਂ ਜਿਹੜਾ ਸੁੱਖ ਮਿਲਦਾ ਹੈ, ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦਾ। ਇਹਨਾਂ ਪੱਤਿਆਂ ਨੂੰ ਹੱਥਾਂ ਨਾਲ ਮਲੋ, ਬੱਤੀਆਂ ਲਾਹੋ, ਬਣ ਜਾਂਦਾ ਫੰਨੇ ਗਾਂਜਾ। ਗਾਂਜਾ ਬੜਾ ਰਾਜਾ ਨਸ਼ਾ। ਦਰਖਤ ਦੇ ਪੱਤਿਆਂ ਦੀ ਚਿਲਮ ਬਣਾਓ, ਬੀੜੀ ਦੇ ਤਮਾਕੂ ਵਿੱਚ ਗਾਂਜਾ ਰਲਾ ਕੇ ਸੂਟਾ ਮਾਰੋ। ਸਵਰਗ ਦਿਸਦਾ ਬਾਈ ਜੀ, ਸਵਰਗ। ਜਦੋਂ ਇੰਦਰਾ ਮਾਰੀ ਹੈ, ਉਦੋਂ ਜੱਟ ਦੇ ਝਾਲੇ ਕੋਲ 50 ਬੂਟੇ ਸੁੱਖੇ ਦੇ ਖੜੇ ਸੀ। ਦਿਹਾਤੀ ਪੰਜਾਬੀਆਂ ਦੇ ਝਾਲੇ ਲੁੱਟਣ ਲੱਗੇ, ਅਸੀਂ ਜਾਨਾਂ ਬਚਾ ਕੇ ਭੱਜ ਗਏ। ਹੋਰ ਤਾਂ ਉਹਨਾਂ ਜਿਹੜਾ ਲੁੱਟਣਾ ਸੀ ਲੁੱਟਿਆ। ਮੇਰੇ ਸਾਲੇ ਮੇਰਾ ਸੁੱਖਾ ਵੀ ਵੱਢ ਕੇ ਲੈ ਗਏ। ਬਾਈ ਸਾਹਿਬ, ਇਹ ਯੂਪੀ ਬੜੀ ਕਸੂਤੀ ਆ। ਇੰਦਰਾ ਨੂੰ ਕਿਸੇ ਨੇ ਮਾਰਿਆ, ਸੁੱਖਾ ਮੇਰਾ ਵੱਢ ਕੇ ਲੈ ਗਏ। ਉਹ ਕਾਹਨੂੰ ਮਾਰਨੀ ਸੀ ਤੀਵੀਂ? ਮਾਨੀ ਕਿਸੇ ਦਾ ਘਰ ਵਸਾਉਂਦੀ, ਉਹ ਤਾਂ ਬੁੜੀ ਤੀਵੀਂ ਤੀ। ਅੱਛਾ ਜੀ, ਫਿਰ ਵੀ ਕਿਸੇ ਦਾ ਵਸਦਾ ਘਰ ਕਾਹਨੂੰ ਜਾੜਨਾ ਸੀ? ਆ ਜਿਹੜੇ ਲੋਕ ਜਨਾਨੀਆਂ ਨੂੰ ਮਾਰਦੇ ਨੇ ਨਾ, ਆ ਲੈਣ ਦੇਣ ਪਿੱਛੇ, ਮੈਨੂੰ ਤਾਂ ਵਿਉ ਲੱਗਦੇ ਨੇ। ਜੇ ਮੈਂ ਦੁਨੀਆ ਦਾ ਰਾਜਾ ਹੋਵਾਂ, ਜਨਾਨੀ ਮਾਰਨ ਵਾਲਿਆਂ ਦੇ ਖੁਰਚਣੇ ਤੱਤੇ ਕਰ ਲਾਵਾਂ ਹੱਥਾਂ ਤੇ। ਪੁੱਛਾਂ ਬਈ ਸਾਲਿਓ, ਇਹਨਾਂ ਹੱਥਾਂ ਨਾਲ ਹੀ ਮਾਰਿਆ? ਫਿਰ ਹੋਰ ਤਸੀਹੇ ਦੇ ਖਤਮ ਕਰਾਂ। ਭਾਈ ਸਾਹਿਬ, ਮੈਂ ਤਾਂ ਜਨਾਨੀ ਤੇ ਇੱਕ ਵਾਰੀ ਹੱਥ ਚੁੱਕਿਆ, ਉਸੇ ਪਾਪ ਦਾ ਮਾਰਿਆ ਪਿਆ। ਅੱਜ ਤੱਕ ਜਨਾਨੀ ਨਹੀਂ ਜੁੜੀ। ਓਏ ਹੁਣ ਤਾਂ ਕਹਿੰਦਾ ਸੀ ਮੈਂ ਆਪਣੀ ਜਨਾਨੀ ਤੇ 10,000 ਫੂਕਿਆ।
ਉਹ ਵੀ ਦੱਸਦਾ ਬਾਈ ਸਾਹਿਬ, ਪਹਿਲਾਂ ਪਾਪ ਵਾਲੀ ਗੱਲ ਤਾਂ ਸੁਣ ਲਓ। ਛੋਟੇ ਹੁੰਦਿਆਂ ਮੈਂ ਬੜਾ ਰਾਜ ਭੋਗਿਆ, ਸਾਰੇ ਟੱਬਰ ਦਾ ਲਾਡਲਾ ਸੀ। 3-4 ਜਮਾਤਾਂ ਪੜਿਆ ਵੀ ਕਾਹਦਾ ਜੀ, ਬਸ ਉਹੀ ਸਕੂਲ ਗੇੜਾ ਮਾਰਨ ਚਲਿਆ ਜਾਣਾ ਝੋਲਾ ਚੁੱਕ ਕੇ। ਕਦੇ ਕਿਸੇ ਤੋਂ ਫੱਟੀ ਲਿਖਾ ਲੈਂਦਾ, ਕਦੇ ਕਿਸੇ ਤੋਂ। ਆਉਂਦਾ ਮੈਨੂੰ ਇੱਲ ਤੇ ਕੁੱਕੜ ਨਹੀਂ ਸੀ। ਇੱਕ ਦਿਨ ਮਾਸਟਰ ਨੇ ਪਿੰਡ ਵਾਲੇ ਜਾਗਰ ਦੀ ਕੁੜੀ ਨੂੰ ਕੱਛੂ ਤੇ ਸਹੇ ਵਾਲੀ ਕਹਾਣੀ ਪੜ੍ਹਨ ਲਾਤਾ। ਆਪ ਕਮਰੇ 'ਚ ਜਾ ਕੇ ਕੁਰਸੀਆਂ ਜੋੜ ਕੇ ਪੱਖਾ ਚਲਾ ਕੇ ਆਰਾਮ ਨਾਲ ਸੌਂ ਗਿਆ। ਜਾਗਰ ਦੀ ਕੁੜੀ ਕਹਾਣੀ ਪੜ੍ਹ ਕੇ ਕਹਿੰਦੀ, ਇਸ ਕਹਾਣੀ ਦਾ ਸਿੱਟਾ ਇਹ ਨਿਕਲਦਾ ਕਿ ਕੱਛੂ ਨੇ ਨਾਰਾ ਮਾਰਿਆ, ਹੰਕਾਰਿਆ ਸੋ ਮਾਰਿਆ। ਮੈਨੂੰ ਬੜਾ ਗੁੱਸਾ ਆਇਆ। ਨਾਰਾ ਸਾਡੇ ਬਾਪੂ ਦਾ ਨਾਂ ਹੈ ਜੀ। ਮੈਂ ਉਹਨੂੰ ਕਿਹਾ, ਕੱਛੂ ਨੇ ਨਾਰਾ ਨੂਰਾ ਕੋਈ ਨਹੀਂ ਮਾਰਿਆ, ਕੱਛੂ ਨੇ ਜਾਗਰ ਮਾਰਿਆ। ਮੈਂ ਫੱਟੀ ਮਾਰ ਕੇ ਉਹਦਾ ਸਿਰ ਪਾੜਤਾ ਜੀ। ਮੇਰੀ ਸਕੂਲੋਂ ਛੁੱਟੀ ਹੋ ਗਈ। ਇਸੇ ਸ਼ਰਾਬ ਨੇ ਮੈਨੂੰ ਮਾਰ ਲਿਆ। ਆ ਪੰਜਾਬ 'ਚ ਕਿਹੜਾ ਪਿੰਡ ਆ ਤੇਰਾ? ਪਿੰਡ ਵੀ ਦੱਸਦਾ ਬਾਈ ਸਾਹਿਬ, ਪਾਲੋ ਛਿਟ ਕਿਸੇ ਮਹਾਂਪੁਰਖ ਨੇ ਕਿਹਾ, ਜਦ ਤੱਕ ਜੀ ਰੱਜ ਕੇ ਪੀ, ਜਦ ਉੱਡ ਗਿਆ ਜੀ ਫਿਰ ਕੌਣ ਕਹੂਗਾ ਪੀ। ਪਿੱਛਾ ਸਾਡਾ ਖਾਨਪੁਰ ਦਾ ਲੁਧਿਆਣੇ ਕੋਲ ਲਾਣਾ ਬੜਾ ਤਕੜਾ ਸੀ। ਚਾਚੇ ਤਾਏ ਅਜੇ ਵੀ ਉਧਰ ਨੇ, ਘਰ ਅਜੇ ਪੰਜਾਬ 'ਚ ਹੈਗਾ, ਉਹ ਅਸੀਂ ਵੇਚਿਆ ਨਹੀਂ। ਲਾਣਾ ਇਕੱਠਾ ਸੀ ਟਰੈਕਟਰ ਸਾਡੇ ਕੋਲ। ਮੈਂ ਕਦੇ ਕਿਸੇ ਕੰਮ ਨੂੰ ਹੱਥ ਲਾ ਕੇ ਨਹੀਂ ਸੀ ਵੇਖਿਆ। ਅੱਡ ਹੋਣ ਨੂੰ ਬਾਪੂ ਤਿੰਗੜਿਆ ਸੀ। ਆਪਦੇ ਭਾਈਆਂ ਨੂੰ ਕਹਿੰਦਾ, ਤੁਸੀਂ ਪੈਸੇ ਦੀਆਂ ਗੁੰਝਾਂ ਕਰੀ ਜਾਂਦੇ ਹੋ, ਮੇਰੇ ਜਵਾਕਾਂ ਦਾ ਕੁਝ ਨਹੀਂ ਬਣਨਾ। ਅੱਡ ਹੋਏ 3 ਕਿੱਲੇ ਜ਼ਮੀਨ ਹੱਥ ਆਈ, 2 ਕਮਰਿਆਂ ਦਾ ਘਰ। ਮਰੱਬਾ ਵਾਹੁਣ ਵਾਲਿਆਂ ਨੂੰ 3 ਕਿੱਲੇ ਐ ਲੱਗਣ ਜਿਵੇਂ ਕਿਸੇ ਮਹਿਲਾਂ ਚੋਂ ਕੱਢ ਕੇ ਮੋਟਰ ਵਾਲੇ ਕਮਰੇ 'ਚ ਬੰਦ ਕਰ ਦਈਏ। ਦੋਵੇਂ ਭਾਈ ਅਸੀਂ ਵਿਆਹੁਣ ਵਾਲੇ, ਕੋਈ ਦੇਖਣ ਨਾ ਆਵੇ, ਜੇ ਆਵੇ ਤਾਂ ਘਰ ਤੱਕ ਨਾ ਪਹੁੰਚੇ। ਲੋਕ ਭਾਨੀ ਮਾਰਦਿਆ ਕਰਨ, ਅਖੇ ਡਲੇ ਘੱਟ ਨੇ, ਮੁੰਡੇ ਅਨਪੜ੍ਹ ਨੇ। ਆਪਣੇ ਲੋਕ ਵੀ ਸਾਲੇ ਪੁੱਠੇ ਨੇ। ਕੁੜੀ ਉੱਥੇ ਦੇਣਗੇ ਜਿਹੜਾ ਲੈਣ ਦੇਣ ਪਿੱਛੇ ਤੰਗ ਕਰੇ। ਜਿਹੜਾ ਮੇਰੇ ਅੱਗਾ ਜਨਾਨੀ ਦੇ ਪੈਰ ਧੋ ਪੀਣ ਨੂੰ ਫਿਰੇ, ਉਹਨੂੰ ਨਹੀਂ ਦਿੰਦੇ। ਬਾਪੂ ਬਲਦਾਂ ਨਾਲ ਖੇਤੀ ਕਰੇ ਤਾਂ ਲੋਕ ਟਿਚਣਾ ਕਰਨ, ਉਹਦੇ ਭਾਈ ਬੋਲੀਆਂ ਮਾਰ ਚੈਨ ਨਾਲ ਲੈਣ ਦੇਣ। ਕਹਿੰਦੇ ਅੱਡ ਹੋ ਕੇ ਸ਼ਾਹ ਬਣ ਗਿਆ। ਬਾਪੂ ਕਹਿੰਦਾ ਸ਼ਾਹ ਬਣ ਕੇ ਦਿਖਾਉਂ। ਅਸੀਂ ਪਿੰਡੋਂ ਜ਼ਮੀਨ ਵੇਚ ਕੇ ਇੱਥੇ ਲੈ ਲਈ। ਆ ਮਹਿਗਲਗੰਜ ਦੇ 3 ਕਿਲੋਮੀਟਰ ਦੂਰ ਔਰੰਗਾਬਾਦ ਵਾਲੀ ਸੜਕ ਤੇ, ਜਿਵੇਂ ਕਹਿੰਦੇ ਹੁੰਦੇ ਨੇ, ਚਾਹੇ ਸਰਾਣੇ ਪੈ ਜਾ ਚਾਹੇ ਪੈਦ, ਵਿਚਾਲੇ ਹੀ ਆਉਣੇ ਨੇ। ਜਿਹੜੀ ਫਸਲ ਪੰਜਾਬ 3 ਕਿੱਲਿਆਂ ਚੋਂ ਨਿਕਲਦੀ ਸੀ, ਇੱਥੇ 7 ਕਿੱਲਿਆਂ ਚੋਂ ਨਿਕਲਦੀ ਹੈ। ਫਿਰ ਇੰਦਰਾ ਮਰੀ ਤੇ ਦਿਹਾਤੀ ਸਾਡੇ ਸੰਦ ਭਾਂਡੇ ਲੁੱਟ ਕੇ ਲੈ ਗਏ। ਤਾਈਓ ਤਾਂ ਮੈਂ ਕਹਿਣਾ ਇਹ ਯੂਪੀ ਬੜੀ ਕਸੂਤੀ ਆ। ਓਏ ਪੰਜਾਬ ਵੀ ਬਥੇਰਾ ਖਰਾਬ ਆ। ਹਾਂਜੀ ਹੈਗਾ, ਪੰਜਾਬ ਵੀ ਖਰਾਬ ਆ, ਪਰ ਇੱਥੇ ਜੇ ਗਾਂਜਾ ਤਮਾਕੂ ਦਾਰੂ ਨਾ ਹੋਵੇ ਤਾਂ ਬੰਦਾ ਹੱਥਣ ਨੂੰ ਮਰ ਜੇ। ਆ ਪਾਲੋ 2-2 ਛਿੱਟਾਂ, ਸੱਲਾ ਹਲਕ ਜਿਹਾ ਸੁੱਕੀ ਜਾਂਦਾ ਹੈ। ਬਾਈ ਸਾਹਿਬ ਕਹਿੰਦੇ ਨੇ, ਰਾਮ ਵੇਲੇ ਦੁੱਧ ਸੀ, ਕ੍ਰਿਸ਼ਨ ਵੇਲੇ ਕੀ। ਅੱਜ ਕੱਲ ਤਾਂ ਦਾਰੂ ਹੈ, ਰੱਜ ਕੇ ਪੀ। ਉਹ ਬਾਈ ਸਾਹਿਬ, ਦਾਰੂ ਤਾਂ ਰਾਮ ਵੇਲੇ ਵੀ ਹੁੰਦੀ ਹੋਣੀ ਹੈ, ਨਹੀਂ ਤਾਂ 12 ਸਾਲ ਜੰਗਲਾਂ 'ਚ ਬਨਵਾਸ ਕੱਟਣਾ ਕਿਹੜਾ ਸੌਖਾ। ਪਰ ਇੱਕ ਗੱਲ ਹੈਗੀ ਹੈ, ਜਨਾਨੀ ਉਹਦੇ ਨਾਲ ਸੀ। ਜਨਾਨੀ ਨਾਲ ਹੋਵੇ ਤਾਂ ਬੰਦਾ ਨਰਕਾਂ 'ਚ ਵੀ ਰਹਿ ਸਕਦਾ। ਇਹ ਯੂਪੀ ਵੀ ਸਾਲੀ ਬਨਵਾਸ ਹੈ ਮੇਰਾ। ਬਾਈ ਸਾਹਿਬ ਮੈਨੂੰ ਸਾਰਾ ਪਤਾ ਹੈ ਕਿਵੇਂ ਰਾਤਾਂ ਝਾਕ ਕੇ ਪੈਸਾ ਬਣਾਉਂਦੇ ਹੋ। ਮੇਰਾ ਛੋਟਾ ਭਾਈ ਵੀ ਟਰੱਕ ਚਲਾਉਂਦਾ, ਜਨਾਨੀ ਉਹਨੂੰ ਵੀ ਨਹੀਂ ਜੁੜੀ, ਪਰ ਉਹ ਪੱਟੂ ਹੈ। ਸੀਤਾਪੁਰ ਬਾਜ਼ਾਰ 'ਚ ਗੇੜਾ ਮਾਰ ਆਉਂਦਾ। 1-2 ਵਾਰ ਮੈਨੂੰ ਵੀ ਲੈ ਕੇ ਗਿਆ। ਮੈਂ ਉਹਨੂੰ ਕਿਹਾ, ਛੋਟੇ ਭਾਈ ਮੈਂ ਤੇਰਾ ਦੇਣਾ ਕਿੱਥੋਂ ਦੇਵਾਂ? ਆ ਤਾਂ ਸਵਰਗ 'ਚ ਲਿਆ ਵਾੜਿਆ। ਤੁਸੀਂ ਯਕੀਨ ਨਹੀਂ ਮੰਨਣਾ, ਇੱਥੇ ਆਪਾਂ ਜਨਾਨੀਆਂ ਨੂੰ ਤਰਸਦੇ ਆਂ, ਉੱਥੇ ਜਨਾਨੀਆਂ ਹੱਕਾਂ ਮਾਰਦੀਆਂ ਨੇ। ਪਰ ਤੁਸੀਂ ਕਿਹੜਾ ਭੁੱਲੇ ਹੋ, ਦੁਨੀਆ ਗਾਹੀ ਹੈ। ਉਹ ਦੁਨੀਆ ਗਾਹਣ ਨੂੰ ਅਸੀਂ ਮਾੜੇ ਚੰਗੇ ਥਾਂ ਫਿਰਦੇ ਆਂ। ਉਹ ਲੈ ਜੀ, ਤੁਸੀਂ ਤਾਂ ਐਵੇਂ ਗੁੱਸਾ ਹੀ ਕਰ ਗਏ। ਮੈਂ ਇਹ ਥੋੜੇ ਕਹਿਣਾ ਵੀ ਤੁਸੀਂ ਮਾੜੇ ਥਾਂ ਜਾਂਦੇ ਹੋ। ਨਾਲੇ ਉਹ ਥਾਂ ਤਾਂ ਮਾੜਾ ਹੋ ਹੀ ਨਹੀਂ ਸਕਦਾ। ਮਾੜਾ ਥਾਂ ਤਾਂ ਸਾਡਾ ਝਾਲਾ, ਜਿੱਥੇ ਜਨਾਨੀ ਨੂੰ ਤਰਸੀਦਾ। ਆਪਾਂ ਤਾਂ ਹੋਰ ਹੀ ਰਹਿਣੇ ਪੈ ਗਏ ਜੀ। ਅਜੇ ਬੋਤਲ ਵੀ ਸਿਰੇ ਨਹੀਂ ਲੱਗੀ। ਐਸ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ, ਬਸ ਆਹੀ ਜਿਹੜਾ ਖਾ ਪੀ ਜਾਣਾ। ਪਿੱਛੇ ਜੇ ਸਾਡੀ ਬੁੜੀ ਚੱਲਣ ਲੱਗੀ ਸੀ, ਬਹੁਤੀ ਬਿਮਾਰ ਹੋ ਗਈ। ਖੀਰਾਂ ਤਾਂ ਐ ਲੱਗੇ ਵੀ ਹੁਣ ਨਹੀਂ ਬਚਦੀ। ਮੈਂ ਕਿਹਾ, ਬੀਬੀ ਜੇ ਅੱਜ ਤੇਰੀ ਨੌਂ ਹੁੰਦੀ ਤਾਂ ਸੇਵਾ ਨਾ ਕਰਦੀ। ਹੁਣ ਮਰ ਹੱਡੀਆਂ ਰਗੜ ਕੇ। ਇੱਕ ਬੈਠੇ ਇੱਕ ਸੁੱਤੇ ਥਾਂ ਤੇ ਆ, ਕੋਈ ਅੰਗ ਨਾ ਸਾਖ, ਕੋ ਤੱਕ ਕੋਈ ਘਰ ਨਹੀਂ। ਇੱਥੇ ਤਾਂ ਬਾਈ ਸਾਹਿਬ ਜੇ ਜਨਾਨੀ ਦੇਖਣ ਨੂੰ ਤਰਸਦੇ ਹੋਈਏ ਤਾਂ ਮਹਿਗਲਗੰਜ ਆਉਣਾ ਪੈਂਦਾ। ਸਬੱਬੀ ਪੰਜਾਬ 'ਚ ਪਤਾ ਲੱਗ ਗਿਆ। ਚਾਚਾ ਚਾਚੀ ਖਬਰ ਲੈਣ ਆਈ। ਉਹ ਜੀ ਖਬਰ ਵੀ ਕਾਦੀ ਲੈਣ ਆਈ ਸੀ, ਸਾਡੇ ਖਾਨਪੁਰ ਵਾਲੇ ਘਰ ਦੀ ਚਾਬੀ ਲੈਣ ਆਈ ਸੀ, ਬਈ ਅਸੀਂ ਵਰਤਾਂਗੇ। ਚਾਚੀ ਵੱਡੇ ਗਪੌੜੇ ਮਾਰੀ ਜਾਵੇ, ਅਖੇ ਭੈਣ ਜੀ ਤੂੰ ਤਾਂ ਜਮਾ ਹੀ ਬੀਤ ਗਈ। ਪੰਜਾਬ ਚੱਲ, ਉੱਥੇ ਤੇਰਾ ਇਲਾਜ ਕਰਾਵਾਂਗੇ। ਇੱਥੇ ਡਾਕਟਰ ਨਹੀਂ ਚੰਗੇ ਬੀੜੀਆਂ ਪੀਣੇ ਜਾਏ, ਨਾਲੇ ਅੱਖਾਂ ਦਾ ਇਲਾਜ ਕਰਵਾ। ਜੇ ਅੱਖੋਂ ਮਨਾਖੀ ਹੋ ਗਈ ਤਾਂ ਕਿਸੇ ਨਹੀਂ ਪੁੱਛਣਾ। ਬੰਦਾ ਉਹਨਾਂ ਚੋਂ ਹੀ ਜਿਉਂਦਾ ਰਹੇ ਜਦੋਂ ਤੱਕ ਆਪਣੀ ਕਿਰਿਆ ਆਪ ਸੋਚ ਸਕੇ। ਰੱਬ ਕਿਸੇ ਦੇ ਪਰਨੇ ਤਾਂ ਪਾਵੇ ਨਾ। ਚਾਚਾ ਕਹਿੰਦਾ, ਅੱਖਾਂ ਦਾ ਇਲਾਜ ਜ਼ਰੂਰ ਕਰਵਾ,
ਖਰਚਾ ਮੈਂ ਕਰੂੰਗਾ। ਅੱਖਾਂ ਦੀ ਕੀਮਤ ਅੰਨਾ ਬੰਦਾ ਹੀ ਜਾਣ ਸਕਦਾ। ਖੰਨੇ ਬੱਸਾਂ ਦੇ ਅੱਡੇ ਕੋਲ ਇੱਕ ਬੰਦਾ ਇਹ ਕਹਿ ਕੇ ਮੰਗਦਾ ਹੁੰਦਾ, ਅੱਖਾਂ ਵਾਲਿਓ, ਅੱਖਾਂ ਬੜੀ ਨਿਆਮਤ ਚੀਜ਼ ਨੇ। ਮੈਂ ਮਨ ਚ ਕਿਹਾ, ਇਹ ਗੱਲਾਂ ਹੀ ਨੇ, ਕਿਹਨੇ ਇਹਦਾ ਇਲਾਜ ਕਰਵਾਉਣਾ? ਤੁਸੀਂ ਚਾਬੀ ਲੈਣ ਆਇਓ, ਚਾਬੀ ਲੈ ਕੇ ਰਾਹ ਪੈਣਾ, ਐਵੇਂ ਮੋਮੋ ਠੱਗਣੀਆਂ। ਇੱਕ ਰਾਤ ਮੈਂ ਨੇਰੇ ਹੋਏ ਮਹਿਗਲਗੰਜੋਂ ਘਰੇ ਮੁੜਿਆ। ਇਸ ਢਾਬੇ ਤੋਂ ਦਾਰੂ ਵੇਚ ਕੇ ਗਿਆ ਸੀ। ਇੱਕ ਕਮਰੇ 'ਚ ਬਿਮਾਰ ਬੀਬੀ ਕੋਲ ਪਿਆ, ਦੂਜੇ ਕਮਰੇ ਚਾਚਾ ਚਾਚੀ। ਮੈਂ ਬਾਹਰ ਪਈ ਮੰਜੀ ਤੇ ਪੈ ਗਿਆ, ਦਾਰੂ ਤੇ ਗਾਂਜੇ ਦੇ ਨਸ਼ੇ 'ਚ ਟੈਟ। ਪਰ ਮੈਨੂੰ ਨੀਂਦ ਨਾ ਆਵੇ, ਮਨ ਚ ਆਈ ਜਾਵੇ, ਸੁਖਿਆ ਜੇ ਤੇਰੇ ਤੀਵੀਂ ਹੁੰਦੀ ਅੱਜ ਤੂੰ ਵੀ ਕਿਤੇ ਲਈ ਪਿਆ ਹੁੰਦਾ। ਚਾਚੇ ਵਾਲੇ ਕਮਰੇ 'ਚੋਂ ਅਜੀਬ ਜਿਹੀਆਂ ਆਵਾਜ਼ਾਂ ਆਈ ਜਾਣ। ਧੀਆਂ ਪੁੱਤਾਂ ਕੋਲ ਪੈਂਦਿਆਂ ਨੂੰ ਉਹਨਾਂ ਨੂੰ ਮਸੀਂ ਮੌਕਾ ਮਿਲਿਆ ਸੀ। ਮੈਂ ਕੰਨਾਂ 'ਚ ਉਂਗਲਾਂ ਦੇ ਕੇ ਪਿਆ ਰਿਹਾ। ਪਤਾ ਨਹੀਂ ਮੈਨੂੰ ਕੀ ਹੋ ਜਾਵੇ। ਦਿਲ ਕਰੇ ਖੰਨੇ ਵਾਲੇ ਅੰਨੇ ਵਾਂਗੂ ਰੌਲਾ ਪਾਪਾ ਅੱਖਾਂ, ਜਨਾਨੀਆਂ ਵਾਲਿਓ, ਜਨਾਨੀਆਂ ਬੜੀ ਨਿਆਮਤ ਚੀਜ਼ ਨੇ। ਆਪਣੇ ਆਪ ਨੂੰ ਕਿਹਾ, ਸੁਖਿਆ ਕੱਲ ਨੂੰ ਸੀਤਾਪੁਰ ਬਾਜ਼ਾਰ 'ਚ ਗੇੜਾ ਮਾਰਿਆ। ਪਰ ਦੂਜੇ ਦਿਨ ਹੋਰ ਹੀ ਪੰਗਾ ਪੈ ਗਿਆ। ਬੀਬੀ ਜ਼ਿਆਦਾ ਬਿਮਾਰ ਹੋ ਗਈ। ਬਾਪੂ ਤੇ ਚਾਚਾ ਉਹਨੂੰ ਡਾਕਟਰ ਕੋਲ ਮਹਿਗਲਗੰਜ ਚਲੇ ਗਏ। ਮੈਨੂੰ ਘਰੇ ਰਹਿਣਾ ਪਿਆ। ਮੇਰੇ ਦਿਮਾਗ ਨੂੰ ਕੋਈ ਚੜੀ ਜਾਵੇ, ਕੰਨ ਬੋਲੇ ਹੋਈ ਜਾਣ। ਚਾਚੀ ਕੰਮ ਮੁਕਾ ਕੇ ਸੁੱਤੀ ਪਈ ਸੀ। ਉਹਨੂੰ ਦੇਖ ਕੇ ਰਾਤ ਵਾਲੀਆਂ ਅਜੀਬ ਜੀਆਂ ਆਵਾਜ਼ਾਂ ਕੰਨੀ ਗੂੰਜੀ ਜਾਣ, ਸਿਰ 'ਚ ਵੱਜੀ ਜਾਣ, ਮੇਰਾ ਮੰਜਾ ਘੁੰਮੀ ਜਾਵੇ। ਮੈਨੂੰ ਲੱਗਿਆ ਮੈਂ ਜਾ ਕੇ ਉਹਦੇ ਮੰਜੇ ਤੇ ਪੈ ਗਿਆ। ਉਹ ਭਮੱਤਰੀ ਜਿਹੀ ਉੱਠੀ, ਲੱਗੀ ਮੈਨੂੰ ਗਾਲਾਂ ਕੱਢਣ। ਕਹਿੰਦੀ, ਵੇ ਰੁੜ ਜਾਣਿਆ ਸੁਖਿਆ, ਮੈਂ ਤੈਨੂੰ ਹੱਥੀ ਪਾਲਿਆ, ਅਜੇ ਤਾਂ ਮੇਰੇ ਨਹੁੰ 'ਚੋਂ ਤੇਰਾ ਗੂੰ ਨਹੀਂ ਨਿਕਲਿਆ, ਤੂੰ ਜਮਾ ਹੀ ਗਰਕ ਗਿਆ। ਮੇਰਾ ਜੀ ਰੋਣ ਨਿਕਲ ਗਿਆ। ਰੋਣਾ ਸੁਣ ਕੇ ਚਾਚੀ ਮੰਜੇ ਤੋਂ ਉੱਠੀ ਤੇ ਮੇਰੇ ਕੋਲ ਆ ਕੇ ਕਹਿੰਦੀ, ਕੀ ਹੋਇਆ ਵੇ ਸੁਖਿਆ? ਮੇਰੀ ਜੀ ਭੁੱਬ ਨਿਕਲ ਗਈ। ਮੈਂ ਕਿਹਾ, ਚਾਚੀ ਇਹ ਜੂਪੀ ਬੜੀ ਕਸੂਤੀ ਆ, ਹੋਇਆ ਤਾਂ ਕੁਝ ਨਹੀਂ, ਪਰ ਹੋ ਬਹੁਤ ਕੁਝ ਜਾਣਾ ਸੀ। ਤੂੰ ਤਾਂ ਬੜਾ ਪਾਪੀ ਹੈ। ਪਾਪੀ ਦਾ ਇੱਕ ਹੋਰ ਮਤਲਬ ਦੱਸਾਂ? ਦੱਸ। ਪਾਪੀ ਦਾ ਮਤਲਬ ਆ ਪਾ ਤੇ ਪੀ, ਫਿਰ ਪਾਲਵੋ ਛਿਟ ਥੋੜੀ ਚੱਲ ਗਈ, ਫਿਰ ਕਾਨੂੰ ਮਰੀ ਆ ਜੀ। ਜੇ ਮਰ ਜਾਂਦੀ ਤਾਂ ਚੰਗਾ ਸੀ, ਤੜਫਦੀ ਨਾ। ਮੈਨੂੰ ਕਿਹਾ ਕਰੇ, ਵੇ ਸੁਖਿਆ ਮੇਰਾ ਤੁਹਾਡੇ ਸਿਰਾਂ ਤੋਂ ਪਾਣੀ ਪਾਰ ਕੇ ਪੀਣ ਨੂੰ ਚਿੱਤ ਕਰਦਾ ਹੈ। ਵੇ ਕੁੱਤਿਆ, ਜੇ 4 ਅੱਖਰ ਤੁਹਾਡੇ ਢਿੱਡ 'ਚ ਹੁੰਦੇ ਜਾਂ ਤੁਹਾਡੇ ਬਾਪ ਕੋਲ 4 ਡਲੇ ਵੱਧ ਹੁੰਦੇ ਤਾਂ ਅੱਜ ਛੜੇ ਛੜਾਕ ਨਾ ਹੁੰਦੇ। ਮੈਂ ਕਹਿੰਦਾ, ਬੀਬੀ ਚੱਲ, ਮੇਰੇ ਢਿੱਡ 'ਚ ਕੋਈ ਅੱਖਰ ਹੈ ਨਹੀਂ, ਛੋਟਾ ਤਾਂ ਅੱਖਰਾਂ ਨਾਲ ਗੱਲ ਤੱਕ ਭਰਿਆ ਪਿਆ, 7 ਜਮਾਤਾਂ ਪਾਸ ਹੈ, ਉਹਦਾ ਬਨਸੁਬ ਕਰ ਲਾ। ਉਹ ਬਾਈ ਸਾਹਿਬ, ਗੱਲ ਅੱਖਰਾਂ ਦੀ ਨਹੀਂ ਹੁੰਦੀ, ਗੱਲ ਕਿਸਮਤ ਦੀ ਹੁੰਦੀ ਹੈ। ਮੈਂ 2 ਪੈਸੇ ਦੇ ਬੰਦੇ ਪਰੀਆਂ ਵਰਗੀਆਂ ਜਨਾਨੀਆਂ ਲਈ ਫਿਰਦੇ ਦੇਖੇ ਨੇ। ਮੇਰੀ ਬੁਰੀ ਆਦਤ ਆ, ਜਣੇ ਖੜੇ ਨਾਲ ਹੱਥ ਮਿਲਾਈ ਜਾਣਾ। ਕੁਝ ਕੰਮ ਕਰਦੇ ਦੀਆਂ ਲਕੀਰਾਂ ਮਿਟ ਗਈਆਂ, ਕੁਝ ਹੱਥ ਮਿਲਾ ਕੇ ਮਿਟ ਲਈਆਂ। ਵਿਆਹ ਵਾਲੀ ਰੇਖਾ ਜਮਾਂ ਹੀ ਮਿਟ ਗਈ। ਇੱਕ ਦਿਨ ਚਾਕੂ ਲੈ ਕੇ ਜਿੱਥੇ ਪੰਡਤ ਨੇ ਦੱਸਿਆ ਸੀ ਵੀ ਇਹ ਵਿਆਹ ਵਾਲੀ ਰੇਖਾ ਹੁੰਦੀ ਆ, ਉੱਥੇ ਟੱਕ ਮਾਰ ਲਿਆ। ਮੈਂ ਬਾਪੂ ਨੂੰ ਕਿਹਾ, ਬਾਪੂ ਇਹ ਜੂਪੀ ਬੜੀ ਕਸੂਤੀ ਆ, ਕੋਲ ਪੈਸਾ ਹੋਵੇ ਚਾਹੇ ਹੱਥ ਨੂੰ ਤੈਨੂੰ ਜਨਾਨੀ ਲਿਆ ਦਈਏ। ਮੈਂ ਇੱਕ ਬੰਦੇ ਨਾਲ ਗੱਲ ਕਰ ਲਈ ਆ, ਕੁੜੀਆਂ ਨੇ 2, ਵੱਡੀ ਜਿਹੜੀ ਆਉਂਦੀ ਆ ਉਹ ਤੇਰੀ ਬਣ ਜੂ ਨੌ ਰਾਣੀ, ਪਰ ਉਹ ਹੈਗੀ ਉਹ 10,000 ਦੀ ਤੇ ਛੋਟੀ 5,000 ਦੀ। ਪੰਜਾਬ ਤੋਂ ਸ਼ਾਹ ਬਣਨ ਆਇਆ ਬਾਪੂ ਮੇਰੀਆਂ ਗੱਲਾਂ ਸੁਣੀ ਜਾਵੇ, ਮਜੌਰਾਂ ਦੀ ਮਾਂ ਵਾਂਗ ਝੱਕੀ ਜਾਵੇ। ਮੈਂ ਉਹਨੂੰ ਕਿਹਾ, ਸ਼ਾਹ ਜੀ ਪੈਸਿਆਂ ਦਾ ਇੰਤਜ਼ਾਮ ਕਰੋ, ਜੇ ਨੌ ਵਾਲੇ ਬਣਨਾ ਜੇ, ਨਹੀਂ ਤਾਂ ਮੈਂ ਕੋਈ ਹੋਰ ਖੂਹ ਪੱਟੂ। ਉਹ ਕਹਿੰਦਾ, ਛੋਟੇ ਮੁੰਡੇ ਤੇ ਮੇਰੇ ਹਿੱਸੇ ਦੀ ਜ਼ਮੀਨ ਵੱਲ ਨਾ ਝਾਕੀ, ਤੇਰੇ ਹਿੱਸੇ ਦੇ ਗਹਿਣੇ ਰੱਖ ਦਿੰਨੇ ਆ, ਭਾਵੇਂ ਕੁਝ ਕਰ। ਬੀਬੀ ਦੀ ਖਾਨਦਾਨੀ ਦੀ ਰੱਟ ਮੈਂ ਸੁਣੀਓ ਨਾ। ਮੇਰੇ ਹਿੱਸੇ ਦੀ ਜ਼ਮੀਨ ਗਹਿਣੇ ਰੱਖ ਕੇ ਸ਼ਾਹਜਹਾਂਪੁਰੋਂ 5,000 ਦੀ ਜਨਾਨੀ ਲੈ ਕੇ ਆਈ। ਓਏ ਤੂੰ ਤਾਂ ਕਹਿੰਦਾ ਸੀ 10,000 ਖਰਚਿਆ। ਉਹ ਰੁਪਈਆ 10,000 ਹੀ ਲੱਗਿਆ ਬਾਈ ਸਾਹਿਬ, ਉਹ ਵੀ ਦੱਸਦਾ ਮੈਂ, ਪਾ ਲਓ ਛਿਟ। ਇੱਕ ਗੱਲ ਹੈ, ਬੰਦਾ दारू ਤੇ ਜਨਾਨੀ ਨਾਲ ਰੱਜਦਾ ਨਹੀਂ। ਜਨਾਨੀ ਲੈਂਦੀ ਸੀ ਪਹਿਲੇ ਤੋੜ ਦੀ ਬੋਤਲ ਵਰਗੀ। ਲੋਕਾਂ ਦੇ ਕਾਲਜੇ ਫੁੱਕੇ ਗਏ। ਸਾਲਿਆਂ ਦਰੋਗੇ ਨੂੰ ਜਾ ਦੱਸਿਆ। ਹੋਰ ਕੀ ਦਰੋਗੇ ਨੂੰ ਮੁਸ਼ਕ ਆਉਂਦਾ ਸੀ। ਦਰੋਗੇ ਨੇ ਬਾਪੂ ਨੂੰ ਫੜ ਲਿਆ, ਕਹਿੰਦਾ, ਤੁਸੀਂ ਉਹ ਕੁੜੀ ਵਿਆਹ ਲਿਆਂਦੀ ਜਿਹਦੀ ਅਜੇ ਵਿਆਹ ਦੀ ਉਮਰ ਹੀ ਨਹੀਂ। ਬਾਪੂ ਨੇ ਹੋਰ ਜ਼ਮੀਨ ਗਹਿਣੇ ਰੱਖ ਕੇ 5,000 ਦਰੋਗੇ ਨੂੰ ਦਿੱਤੇ, ਤਾਂ ਕਿਤੇ ਜਾ ਕੇ ਛੁਟਕਾਰਾ ਮਿਲਿਆ। ਮੈਂ ਬੀਬੀ ਨੂੰ ਕਿਹਾ, ਬੀਬੀ ਇਹ ਜੁੱਪੀ ਬੜੀ ਕਸੂਤੀ ਆ, ਮੈਂ ਇਹਨੂੰ ਲੈ ਕੇ ਪੰਜਾਬ ਜਾਣਾ। ਉਹ ਵੀ ਤਿਆਰ ਹੋ ਗਈ ਜਿਵੇਂ ਸਰਬਾਲਾ ਹੁੰਦੀ ਆ। ਅਸੀਂ ਖਾਨਪੁਰ ਚਲੇ ਗਏ। ਬੀਬੀ ਉਹਦੀ ਐ ਰਾਖੀ ਕਰੇ ਜਿਵੇਂ ਜੱਟ ਫਸਲ ਦੀ ਕਰਦਾ, ਉਹਦੇ ਨਾਲ ਹੀ ਸੌਵੇਂ। ਜੇ ਮੈਂ ਆਨੀ ਬਹਾਨੀ ਕੋਲ ਜਾਵਾਂ, ਝੱਟ ਕੋਲ ਜਾ ਕੇ ਖੜੇ, ਮੈਨੂੰ ਗੱਲ ਹੀ ਨਾ ਕਰਨ ਦੇਵੇ। ਪੂਰੀ ਨਿਗਾਹ ਰੱਖੇ ਜੀ। ਅੱਕੇ ਹੋਏ ਮਨ ਚੋਂ ਬਦਦੁਆ ਨਿਕਲੀ ਜਾਣ। ਕਿੰਨਾ ਚੰਗਾ ਹੁੰਦਾ ਬੀਬੀ ਜੇ ਤੂੰ ਅੱਖੋਂ ਮਨਾਖੀ ਹੁੰਦੀ। ਇੱਕ ਦਿਨ ਪੱਗ ਬੰਨਣ ਲੱਗੇ ਨੇ ਧਿਆਨ ਨਾਲ ਸ਼ੀਸ਼ਾ ਦੇਖਿਆ, ਅੱਧਾ ਸਿਰ ਚਿੱਟਾ ਹੋਇਆ ਪਿਆ, ਬੁਢਾਪਾ ਮਾਰੋ ਮਾਰ ਕਰਦਾ ਆਈ ਜਾਵੇ। ਜੇ ਸਾਲ ਛਮਾਹੀ ਉਡੀਕੀ ਗਿਆ, ਉਦੋਂ ਤੱਕ ਤਾਂ ਮਰ ਮੁੱਕ ਜਾਊਂ।
ਬੁੜੀ ਕੁੜਕ ਮੁਰਗੀ ਵਾਂਗ ਫੰਗਾ ਹੇਠ ਲਕੋਈ ਰੱਖਦੀ ਆ। ਕੋਈ ਤਰਕੀਬ ਸੋਚਣੀ ਪਊ। ਚਾਚੀ ਜਿਹੜੀ ਯੂਪੀ ਗਈ ਸੀ, ਉਹਦੇ ਨਾਲ ਬੀਬੀ ਦਾ ਚੰਗਾ ਸਹੇਲਪੁਣਾ ਸੀ। ਚਾਚੀ ਦਾ ਸੁਭਾਅ ਥੋੜਾ ਲਾਲਚੀ ਹੈ ਜੀ। ਰੋਜ਼ ਵਾਂਗ ਮੈਂ ਚਾਚੇ ਨਾਲ ਪਸ਼ੂਆਂ ਲਈ ਹਰਾ ਵੱਢ ਕੇ ਲਿਆ। ਆਉਂਦਾ ਹੋਇਆ ਕਿਸੇ ਦੇ ਖੇਤ ਚੋਂ ਕੱਦੂ ਤੋੜ ਲਿਆ। ਚਾਚੀ ਦੇ ਮੰਜੇ ਤੇ ਕੱਦੂ ਰੱਖੇ, ਆਪ ਧਰਤੀ ਤੇ ਬੈਠ ਗਿਆ। ਚਾਚੀ ਕਹਿੰਦੀ, ਭੁੰਜੇ ਕੋ ਬੈਠਦਾ ਸੁੱਖੀ ਸੰਦੀ। ਮੈਂ ਕਿਹਾ, ਸੁੱਖ ਸੰਦ ਕਿੱਥੇ ਆ ਚਾਚੀ, ਦੇਖ ਲੈ ਬੁੜੀ ਦੀਆਂ ਕਰਤੂਤਾਂ। ਬਹੂ ਮੇਰੀ ਆ ਕਿ ਉਹਦੀ? ਚਾਚੀ ਮੇਰੀ ਗੱਲ ਦਾ ਜਵਾਬ ਦੇਣ ਦੀ ਥਾਂ ਕੱਦੂਆਂ ਵੱਲ ਦੇਖਣ ਲੱਗੀ। ਮੈਂ ਸੋਚਿਆ ਸੀ ਸਬਜ਼ੀ ਦੇਖ ਕੇ ਖੁਸ਼ ਹੋ, ਮੇਰੇ ਹੱਕ 'ਚ ਬੀਬੀ ਨਾਲ ਗੱਲ ਕਰੂ। ਉਹ ਛੋਟੇ ਛੋਟੇ ਕੱਦੂ ਚੁੱਕ ਕੇ ਕਹਿਣ ਲੱਗੀ, ਵੇ ਸੁੱਖਿਆ, ਤੂੰ ਤਾਂ ਜਮਾ ਹੀ ਰੁੜ ਗਿਆ। ਆ ਛੋਟੇ ਛੋਟੇ ਚੂਹੇ ਤੋੜ ਲਿਆ, ਇਹਨਾਂ ਦਾ ਤਾਂ ਪਾਪ ਹੀ ਮਾਰ ਜੂ। ਇੱਕ ਕੱਦੂ ਦੀ ਬੁਰਕੀ ਜੋਗੀ ਸਬਜ਼ੀ ਨਹੀਂ ਬਣਨੀ। ਪੁੱਤ, ਚੂਹਾ ਤੋੜਨਾ ਤਾਂ ਬਹੁਤਾ ਹੀ ਮਾੜਾ। ਮੈਂ ਜਨਾਨੀਆਂ ਦੀਆਂ ਗੱਲਾਂ ਕਰੀ ਜਾਵਾਂ, ਉਹ ਕੱਦੂਆਂ ਦੀਆਂ ਗੱਲਾਂ ਕਰੀ ਜਾਵੇ। ਸੋਚਿਆ ਸੁੱਖਾ ਸਿਆਂ, ਇਹ ਵੀ ਬੁੜੀ ਨਾਲ ਰਲੀ ਹੋਈ ਆ, ਆਪਣਾ ਮੂੰਹ ਆਪ ਹੀ ਧੋਣਾ ਪੈਣਾ। ਇੱਕ ਦਿਨ ਮੈਂ ਮੌਕਾ ਦੇਖ ਕੇ ਕੁੰਡਾ ਲਾ ਲਿਆ। ਉਹ ਰੋਣ ਲੱਗੀ। ਮੇਰਾ ਉੱਠਣ ਬੈਠਣ ਤੁਹਾਡੇ ਵਰਗੇ ਸਿਆਣੇ ਬੰਦਿਆਂ ਨਾਲ ਸੀ। ਉਹਨਾਂ ਤੋਂ ਸੁਣਿਆ ਹੋਇਆ ਸੀ, ਜਨਾਨੀ ਦਾ ਰੋਣਾ ਐਵੇਂ ਚਲਿੱਤਰ ਹੁੰਦਾ, ਜੇ ਉਹ ਨਾ ਕਰੇ ਅਸਲ 'ਚ ਉਹਦੀ ਹਾਂ ਹੁੰਦੀ ਹੈ। ਉਹਦਾ ਰੋਣਾ ਸੁਣ ਕੇ ਬਾਹਰ ਇਕੱਠ ਹੋ ਗਿਆ। ਲੋਕ ਦਰਵਾਜ਼ਾ ਖੜਕਾਈ ਜਾਣ, ਨਾਲੇ ਹਾਕਾਂ ਮਾਰੀ ਜਾਣ। ਮੈਂ ਕਿਹਾ, ਕੁੰਡਾ ਮੈਂ ਵੀ ਨਹੀਂ ਖੋਲਦਾ। ਉਹ ਚੁਗਾੜ ਪੱਟ ਕੇ ਅੰਦਰ ਆ ਗਏ। ਬੀਬੀ ਨੇ ਮੇਰੇ ਤਾੜ ਕਰਦਾ ਥੱਪੜ ਮਾਰਿਆ। ਇਹ ਤਾਂ ਰਹੀ ਮੇਰੀ ਸੁਹਾਗ ਰਾਤ ਜਾਂ ਸੁਹਾਗ ਦਿਨ। ਰਾਤ ਨੂੰ ਪਤਾ ਨਹੀਂ ਉਹਨੂੰ ਧਰਤੀ ਖਾ ਗਈ, ਪੱਤ ਪੱਤ ਕਰਕੇ ਲੱਭ ਲਈ, ਪਤਾ ਨਹੀਂ ਲੱਗਿਆ ਕਿੱਥੇ ਚਲੇਗੀ। ਚਿੱਤ ਕਰੇ ਬੀਬੀ ਦਾ ਸਿਰ ਪਾੜਦਾ, ਜਿੰਨੇ ਨਿਆਣੀ ਆ ਕਹਿ ਕੇ ਜਨਾਨੀ ਇੱਥੋਂ ਕੱਢਤੀ। ਚਲੋ ਜੀ, ਪਾਲੋ ਛਿੜ। ਆਹ ਜਿਹੜਾ ਮੰਡੂ ਫਿਰਦਾ 8-9 ਵਰਿਆਂ ਦਾ, ਏਡੀ ਕੋ ਸੀਗੀ, ਇਹਦੇ ਨਾਲ ਕੁਝ ਸਿਰ ਕੱਢ ਸੀ। ਓਏ ਤੂੰ ਤਾਂ ਸੱਚਮੁੱਚ ਹੀ ਟੁੱਚਾ। ਚੱਲ ਉੱਠ ਇੱਥੋਂ। ਜਾਨਾ ਜੀ ਜਾਨਾ, ਥੋੜੀ ਚੀਜ਼ ਹੈ, ਕਿਹੜਾ ਆਪਣਾ ਜ਼ੋਰ ਹੈ। ਉਹ ਜੇ 2 ਕੁ ਛਿੱਟਾਂ ਪਾ ਦਿੰਦੇ ਤਾਂ ਰੋਟੀ ਜੋਗਾ। ਓਏ ਉੱਠਦਾ ਕਿ ਨਹੀਂ, ਸਾਲਾ ਮਾਂ ਆਨੰਦ ਦਾ। ਜਾਨਾ ਜੀ ਜਾਨਾ। ਇਹ ਜੂਪੀ ਬੜੀ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ।